ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਨਾਮਵਰ ਲੇਖਕ ਅਤੇ ਡਰਾਮੈਟਿਸਟ ਨਾਲ। ਇਹ ਬੜੇ ਲੰਮੇ ਸਮੇਂ ਤੋਂ ਲਿਖ ਰਹੇ ਨੇ ਅਤੇ ਬਹੁਤ ਉੱਚ ਮਿਆਰ ਦੀ ਜੋ ਲਿਖਤ ਹੈ ਲੋਕਾਂ ਤੱਕ ਲੈ ਕੇ ਆ ਰਹੇ ਨੇ। ਅਜਮੇਰ ਰੋਡੇ ਸ਼ਾਇਦ ਹੀ ਐਸਾ ਕੋਈ ਵਿਅਕਤੀ ਹੋਏ ਜਿਨ੍ਹਾਂ ਨੇ ਕਿ ਇਹਨਾਂ ਦਾ ਨਾਂ ਨਾ ਸੁਣਿਆ ਹੋਏ। ਸਾਹਿਤਕਾਰ ਜਿਹੜੇ ਨੇ, ਉਸ ਤੋਂ ਇਲਾਵਾ ਇਹ ਜਿਹੜੀ ਫੀਲਡ ਹੈ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕਿ ਇਹਨਾਂ ਨੇ ਪਲੇਜ਼ ਥੀਏਟਰ ਦੇ ਵਿੱਚ ਵੀ ਬਹੁਤ ਕੰਮ ਕੀਤਾ। ਅਤੇ ਜੇ ਮੈਂ ਕਹਾਂ ਕਿ ਪੰਜਾਬੀ ਥੀਏਟਰ ਨੂੰ ਇੰਟਰੋਡਿਊਸ ਕੀਤਾ ਇੱਥੇ ਤਾਂ ਮੈਂ ਗਲਤ ਨਹੀਂ ਹੋਵਾਂਗਾ। ਸਵਾਗਤ ਕਰਦੇ ਹਾਂ ਅਜਮੇਰ ਰੋਡੇ ਜੀ ਦਾ। ਜੀ ਆਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਜੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਤੇ ਅਕਾਲ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਇਹ ਅਵਸਰ ਦਿੱਤਾ ਇੱਥੇ ਆਉਣ ਦਾ, ਗੱਲਾਂ ਬਾਤਾਂ ਕਰਨ ਦਾ। ਵੈਲਕਮ ਜੀ। ਤੇ ਲੋਕਾਂ ਦੇ ਰੂਬਰੂ ਹੋਣ ਦਾ। ਸਭ ਤੋਂ ਪਹਿਲਾਂ ਤਾਂ ਜੀ, ਕਦੋਂ ਤੁਸੀਂ ਇੱਥੇ ਆਏ ਕੈਨੇਡਾ ਵਿੱਚ, ਤੇ ਜਿਹੜਾ ਸ਼ੌਂਕ ਹੁੰਦਾ ਲਿਖਤ ਦਾ, ਇਹ ਕਦੋਂ ਦਾ ਤੁਹਾਨੂੰ ਪਿਆ ਜੀ, ਤੇ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਜਿਸ ਕਾਰਨ ਤੁਸੀਂ ਇਸ ਫੀਲਡ ਵਿੱਚ ਆਏ? ਹਾਂਜੀ, ਇੱਥੇ ਤਾਂ ਮੈਂ 1966 ਵਿੱਚ ਆਇਆ ਸੀ। ਹਾਂਜੀ, ਓਲਡ ਟਾਈਮ ਹੈਗਾ। ਰਾਈਟ। ਤੇ ਕਾਫੀ ਸਮਾਂ ਹੋ ਗਿਆ ਜੀ। ਤੇ ਜਿਹੜਾ ਸਾਹਿਤ ਦਾ ਸ਼ੌਕ ਸੀ ਤਾਂ ਇਹ ਮੈਨੂੰ ਬਹੁਤ ਬਚਪਨ ਤੋਂ ਹੀ ਪੈ ਗਿਆ ਸੀਗਾ। ਅੱਛਾ ਜੀ। ਤਾਂ ਉਹ ਘਰ ਵਿੱਚ ਥੋੜ੍ਹਾ ਮਾਹੌਲ ਇਸ ਤਰ੍ਹਾਂ ਦਾ ਸੀਗਾ। ਸਿਸਟਰ ਗਿਆਨੀ ਕਰਦੀ ਸੀਗੀ, ਤੁਹਾਨੂੰ ਪਤਾ ਗਿਆਨੀ ਉਸ ਟਾਈਮ 'ਤੇ ਸਾਹਿਤ ਨਾਲ ਸੰਬੰਧਿਤ ਸੀਗੇ ਕੋਰਸ ਹਨ। ਅਤੇ ਵੱਡਾ ਬ੍ਰਦਰ ਸੀ ਨਵਤੇਜ ਭਾਰਤੀ, ਉਹ ਬੜਾ ਇਨਵੋਲਵਡ ਸੀਗਾ ਲਿਖਣ ਪੜ੍ਹਨ ਵਿੱਚ। ਅਤੇ ਇੱਕ ਸਾਡੇ ਮਾਮਾ ਜੀ ਹੁੰਦੇ ਸੀ ਸਾਧੂ ਸਿੰਘ ਤਾਲਬ, ਬੜਾ ਮਸ਼ਹੂਰ ਨਾਂ ਹੁੰਦਾ ਸੀ ਉਹਨਾਂ ਦੇ ਅਮਨ ਮੂਵਮੈਂਟ ਵਿੱਚ। ਸੋ ਉਹ ਵੀ ਘਰ ਆਉਂਦੇ ਜਾਂਦੇ ਰਹਿੰਦੇ ਸੀਗੇ। ਤਾਂ ਉੱਥੋਂ ਫਿਰ ਸਾਹਿਤ ਨਾਲ ਲੱਗਣ ਲੱਗ ਗਈ। ਤਾਂ ਫਿਰ ਅਸੀਂ ਬੜੇ ਸਾਹਿਤਕ ਮੈਗਜ਼ੀਨ, ਜਦੋਂ ਅਸੀਂ 6ਵੀਂ 7ਵੀਂ 'ਚ ਹੀ ਹੁੰਦੇ ਸੀ, 9ਵੀਂ 10ਵੀਂ 'ਚ, ਤਾਂ ਘਰੇ ਆਉਂਦੇ ਸੀਗੇ। ਸੋ ਸ਼ੌਂਕ ਜਿਹੜਾ ਸੀ ਉਹ ਕੰਟੀਨਿਊ ਰਿਹਾ। ਪਰ ਜਦੋਂ ਇੱਥੇ ਆਏ 1966 ਵਿੱਚ, ਮਾਹੌਲ ਵੱਖਰਾ ਹੁੰਦਾ। ਇੱਥੇ ਆ ਕੇ ਸੈਟਲਮੈਂਟ ਦੀ ਹਰ ਕਿਸੇ ਨੂੰ ਹੁੰਦੀ ਹੈ, ਤੇ ਮਾਹੌਲ ਵੱਖਰਾ ਸੀ ਉਸ ਸਮੇਂ। ਇੰਨੇ ਪੰਜਾਬੀ ਵੀ ਨਹੀਂ ਹੈਗੇ ਸੀ। ਸੋ ਕਿਵੇਂ ਤੁਸੀਂ ਇਸ ਸ਼ੌਂਕ ਨੂੰ ਜਿਹੜਾ ਬਰਕਰਾਰ ਰੱਖਿਆ? ਸ਼ੌਕ ਜਿਹੜਾ ਇਹ ਕ੍ਰੀਏਟਿਵ ਅਰਜ ਹੈਗੀ ਆ, ਇਹ ਕਦੇ ਵੀ ਮਰਦੀ ਨਹੀਂ ਜੀ। ਇਹ ਥੋੜ੍ਹੀ ਜਿਹੀ ਬੈਕਗਰਾਊਂਡ 'ਚ ਜਾ ਸਕਦੀ ਹੈ। ਜਦੋਂ ਇੱਥੇ ਆਇਆ ਤਾਂ ਐਕਚੁਅਲੀ ਬਾਈ ਪ੍ਰੋਫੈਸ਼ਨ ਮੈਂ ਇੰਜੀਨੀਅਰ ਹਾਂ। ਠੀਕ ਹੈ ਜੀ। ਸੋ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਸੀਗੀ। ਰਾਈਟ। ਅਤੇ ਇੱਥੇ ਆ ਕੇ ਮੈਂ ਮਾਸਟਰਸ ਦੀ ਕੀਤੀ ਇੰਜੀਨੀਅਰਿੰਗ ਦੀ ਡਿਗਰੀ ਯੂਨੀਵਰਸਿਟੀ ਆਫ ਵਾਟਰਲੂ ਤੋਂ। ਸੋ ਉਹਦੇ ਨਾਲ ਫਿਰ ਚੰਗੀ ਜਾਬ ਮਿਲ ਗਈ ਯੂਨੀਵਰਸਿਟੀ ਵਿਕਟੋਰੀਆ 'ਚ, ਦੈਨ BC ਹਾਈਡਰੋ 'ਚ, ਗੈਸ 'ਚ। ਹਾਂਜੀ, ਐਜ਼ ਇੰਜੀਨੀਅਰ। ਸੋ ਰੋਟੀ ਪਾਣੀ ਦਾ ਮਸਲਾ ਤਾਂ ਹੱਲ ਹੋ ਗਿਆ। ਰਾਈਟ। ਤਾਂ ਉਸ ਤੋਂ ਨਾਲ ਹੀ ਐਕਚੁਅਲੀ ਆਈ ਨੈਵਰ ਗੇਵ ਅਪ ਰਾਈਟਿੰਗ। ਹਾਂਜੀ, ਭਾਵੇਂ ਥੋੜ੍ਹੀ ਹੁੰਦੀ ਰਹੀ, ਪਰ ਮੈਂ ਜਾਬ ਕਰਦੇ ਸਮੇਂ ਵੀ ਮੈਂ ਇਨਵੋਲਵਡ ਰਿਹਾ ਥੀਏਟਰ ਵਿੱਚ ਵੀ ਅਤੇ ਸਾਹਿਤ ਵਿੱਚ ਵੀ। ਥੀਏਟਰ ਦੀ ਜਦੋਂ ਗੱਲ ਕਰਦੇ ਜੀ, ਤੁਹਾਨੂੰ ਕਿਹਾ ਜਾਂਦਾ ਕਿ ਤੁਸੀਂ ਪੰਜਾਬੀ ਥੀਏਟਰ ਨੂੰ ਇੱਥੇ ਇੰਟਰੋਡਿਊਸ ਕੀਤਾ। ਕਿਹੜੇ ਸੰਨ ਦੀ ਇਹ ਗੱਲ ਸੀ, ਅਤੇ ਥੀਏਟਰ ਵਾਲੇ ਪਾਸੇ ਕਿਵੇਂ ਤੁਹਾਡਾ ਰੁਝਾਨ ਹੋਇਆ ਜੀ? ਥੀਏਟਰ ਵਾਲੇ ਪਾਸੇ ਇਸ ਤਰ੍ਹਾਂ ਸੀ ਕਿ ਇੱਕ ਤਾਂ ਉਹ ਥੀਏਟਰ ਪੋਇਟਰੀ ਨਾਲ ਬੜਾ ਸੰਬੰਧਿਤ ਹੈ। ਡਰਾਮਾ ਅਤੇ ਪੋਇਟਰੀ ਐਂਸ਼ੀਅੰਟ ਟਾਈਮਸ ਦਾ ਇੱਕੋ ਹੀ ਯਾਨਰ ਗਿਣਿਆ ਜਾਂਦਾ ਸੀਗਾ। ਪਰ ਇੱਥੇ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਕਾਲਮ ਲਿਖਦਾ ਸੀਗਾ ਵਤਨੋਂ ਦੂਰ ਮੈਗਜ਼ੀਨ ਵਿੱਚ, ਆਪਣੇ ਲੋਕ। ਤਾਂ ਉਹਦਾ ਜਿਹੜਾ ਨੇਚਰ ਹੁੰਦੀ ਸੀ, ਬੜੀ ਉਹ ਡਰਾਮੈਟਿਕ ਕਿਸਮ ਦੀ ਹੁੰਦੀ ਸੀਗੀ ਉਸ ਦੀ। ਸੋ ਇੱਕ ਵਾਰੀ ਇਸ ਤਰ੍ਹਾਂ ਲਿਖਦੇ ਆਪੇ ਹੀ ਪਲੇ ਬਣ ਗਿਆ। ਠੀਕ ਹੈ। ਤਾਂ ਕੁਛ ਦੋਸਤਾਂ ਨੇ ਕਿਹਾ ਕਿ ਉਹਨੂੰ ਖੇਡਿਆ ਜਾਵੇ। ਤਾਂ ਫਿਰ ਪਹਿਲਾਂ ਇੱਥੇ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਗਿਆ ਜਿਹੜਾ ਕੈਨੇਡਾ 'ਚ ਜੀ, ਅਤੇ ਇੱਥੇ ਹੀ ਨਿਰਦੇਸ਼ਿਤ ਕੀਤਾ ਗਿਆ। ਉਹ ਦੂਜਾ ਪਾਸਾ ਮੇਰਾ ਪਲੇ ਸੀਗਾ। ਅੱਛਾ ਜੀ। ਪਰ ਉਸ ਤੋਂ ਪਹਿਲਾਂ ਡਰਾਮੇ ਜ਼ਰੂਰ ਹੋ ਚੁੱਕੇ ਸੀ ਇੱਥੇ। ਜਿਵੇਂ ਬਾਹਰੋਂ ਹਰਪਾਲ ਟਿਵਾਣਾ ਹੁਣੀ ਆ ਕੇ ਕਰਦੇ ਸੀਗੇ, ਤਾਂ ਇੱਥੇ ਵੀ ਮੇਰਾ ਖਿਆਲ ਇੱਕ ਹੋਰ ਛੋਟਾ ਪਲੇ ਕੀਤਾ ਸੀਗਾ। ਪਰ ਜਿਹੜਾ ਇੱਥੋਂ ਦਾ ਲਿਖਿਆ ਅਤੇ ਇੱਥੇ ਨਿਰਦੇਸ਼ਿਤ ਕੀਤਾ, ਇੱਥੋਂ ਦੇ ਐਕਟਰਾਂ ਨੇ ਕੀਤਾ, ਉਹ ਪਹਿਲੀ ਵਾਰ ਹੋਇਆ। ਬਹੁਤ ਖੂਬ। ਹਾਂਜੀ। ਸਾਹਿਤ ਦੀ ਜਦੋਂ ਅਸੀਂ ਗੱਲ ਕਰਦੇ ਜੀ, ਕਿਸ ਕਿਸਮ ਦਾ ਸਾਹਿਤ ਤੁਸੀਂ ਲਿਖਦੇ ਹੋ, ਅਤੇ ਕਿਹੜੀ ਚੀਜ਼ ਤੁਸੀਂ ਆਪਣੇ ਸਾਹਿਤ ਵਿੱਚ, ਇੱਕ ਤੁਹਾਡਾ ਵੱਖਰਾ ਅੰਦਾਜ਼ ਹੈਗਾ, ਤੁਸੀਂ ਇੱਕ ਵੱਖਰੀ ਜਿਹੜੀ ਸੋਚ ਨੂੰ ਲੈ ਕੇ ਅੱਗੇ ਆਉਂਦੇ ਹੋ। ਸੋ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇਹ ਸਾਹਿਤ ਜਿਹੜਾ ਤੁਸੀਂ ਫੋਕਸ ਕਰਕੇ ਕਿਸ ਚੀਜ਼ ਉੱਤੇ ਲਿਖਦੇ ਹੈਗੇ? ਹਾਂਜੀ, ਇਹ ਮੋਸਟਲੀ ਤਾਂ ਮੈਂ ਪੋਇਟਰੀ ਲਿਖੀ ਹੈਗੀ ਜੀ, ਕਵਿਤਾ। ਹਾਂਜੀ। ਅਤੇ ਫਿਰ ਡਰਾਮੇ ਲਿਖੇ ਹੈਗੇ ਆ, ਅਨੁਵਾਦ ਵੀ ਕੀਤੇ ਆ, ਥੋੜ੍ਹੀ ਪ੍ਰੋਜ਼ ਵੀ ਲਿਖੀ ਹੈਗੀ ਆ, ਵਾਰਤਕ ਵੀ। ਅਤੇ ਉਹਦੇ 'ਚ ਜਿਵੇਂ ਜਿਹੜਾ ਪੋਇਟਰੀ ਹੈਗੀ ਹੈ, ਇਹ ਜ਼ਿਆਦਾ ਸਪਿਰਿਚੁਐਲਿਟੀ ਨਾਲ ਸੰਬੰਧਿਤ ਹੈਗੀ ਆ। ਓਕੇ। ਸੋ ਭਾਵਨਾਵਾਂ ਪ੍ਰਗਟ ਕਰਨੀਆਂ, ਫੀਲਿੰਗਸ ਹੈ ਨਾ, ਆਪਣੀਆਂ ਵੀ ਅਤੇ ਲੋਕਾਂ ਦੀਆਂ ਵੀ। ਰਾਈਟ।
ਜਾਂ ਕੁਦਰਤ ਨਾਲ ਸੰਬੰਧਿਤ, ਹਾਂ ਸੋ ਉਹ ਪੋਇਟਰੀ 'ਚ ਜ਼ਿਆਦਾ ਉਹ ਆਇਆ। ਜੀ ਭਾਵੇਂ ਕਿ ਇਹਦਾ ਮਤਲਬ ਇਹ ਨਹੀਂ ਕਿ ਪੋਇਟਰੀ ਹੋਰ ਤਰ੍ਹਾਂ ਦੀ ਨਹੀਂ ਲਿਖੀ ਜਾਂਦੀ, ਬਹੁਤ ਪੋਇਟਰੀ ਸੋਸ਼ਲ ਇਸ਼ੂਜ਼ ਤੇ ਵੀ ਲਿਖੀ ਜਾ ਰਹੀ ਹੈਗੀ ਆ, ਅੱਛਾ ਜੀ ਪੋਲੀਟੀਕਲ ਇਸ਼ੂਜ਼ ਤੇ ਲਿਖੀ ਜਾ Absolutely. ਰਹੀ ਹੈ, ਤੇ ਮੈਂ ਸੋਸ਼ਲ ਇਸ਼ੂਜ਼ ਵੀ ਵਿੱਚ ਲਿਆਂਦੇ ਹੈਗੇ। ਰਾਈਟ ਪਰ ਜਿਸ ਤਰ੍ਹਾਂ ਮੈਂ ਕਿਹਾ ਕਿ ਪੋਇਟਰੀ ਜ਼ਿਆਦਾ ਆਤਮਿਕ ਸਾਡੀਆਂ ਭਾਵਨਾਵਾਂ ਨਾਲ ਆਸਪੈਕਟ ਨਾਲ ਜੁੜੀ ਹੋਈ ਹੈ। ਠੀਕ ਹੈ ਜੀ ਦੂਸਰੇ ਪਾਸੇ ਜਿਹੜਾ ਨਾਟਕ ਲਿਖੇ ਮੈਂ ਡਰਾਮੇ, ਉਹ ਸਾਰੇ ਸੋਸ਼ਲ ਇਸ਼ੂਜ਼ ਤੇ ਹੈਗੇ। ਓਕੇ ਐਕਚੁਅਲੀ ਜਿਹੜੇ ਇੱਥੇ ਇਸ਼ੂ ਉੱਠਦੇ ਸੀਗੇ ਸਾਡੀ ਕਮਿਊਨਿਟੀ ਵਿੱਚ, ਵਿਮਨ ਦਾ ਇਸ਼ੂ ਆ ਗਿਆ, ਰੇਸਿਜ਼ਮ ਦਾ ਆ ਗਿਆ, ਤਾਂ ਉਹਨਾਂ ਦੇ ਪ੍ਰਤੀਕਰਮ ਵਜੋਂ ਜੀ ਉਹਨਾਂ ਨੂੰ ਰਿਸਪਾਂਸ ਕੀਤਾ ਮੈਂ ਥੀਏਟਰ ਰਾਹੀਂ, ਨਾਟਕਾਂ ਰਾਹੀਂ। ਰਾਈਟ ਸੋ ਜਿਹੜੀ ਪੋਇਟਰੀ ਮੈਂ ਅੰਗਰੇਜ਼ੀ 'ਚ ਵੀ ਲਿਖੀ ਆ, ਪੰਜਾਬੀ 'ਚ ਵੀ ਲਿਖੀ ਆ, ਬਹੁਤ ਕੁਝ ਤੁਸੀਂ ਅਨੁਵਾਦ ਵੀ ਕੀਤਾ ਹੈ ਜੀ ਅਨੁਵਾਦ ਵੀ ਕੀਤਾ, ਰਾਈਟ ਪਰ ਜਿਹੜੇ ਨਾਟਕ ਹੈ ਇਹ ਮੈਂ ਜ਼ਿਆਦਾ ਪੰਜਾਬੀ 'ਚ ਹੀ ਲਿਖੇ ਆ, ਠੀਕ ਹੈ ਜੀ ਕਿਉਂਕਿ ਪੰਜਾਬੀ 'ਚ ਜਿਹੜਾ ਰਿਸਪਾਂਸ ਆਉਣਾ ਸੀਗਾ ਲੋਕਾਂ ਵੱਲੋਂ, ਤਾਂ ਉਹ ਅੰਗਰੇਜ਼ੀ 'ਚੋਂ ਐਕਸਪੀਰੀਅੰਸ ਕਰਨਾ ਮੁਸ਼ਕਲ ਹੈ। ਰਾਈਟ ਹਾਂ, ਹਾਲਾਂਕਿ ਕਵਿਤਾ ਅੰਗਰੇਜ਼ੀ ਵਿੱਚ ਵੀ ਉਸ ਤਰ੍ਹਾਂ। ਰਾਈਟ ਸਾਹਿਤ ਕਿੰਨਾ ਕੁ ਤੁਸੀਂ ਲਿਖ ਚੁੱਕੇ, ਕਿਉਂਕਿ ਤੁਹਾਡੀਆਂ ਕਾਫੀ ਸਾਰੀ ਕਿਤਾਬਾਂ ਜਿਹੜੀਆਂ ਉਹ ਮਕਬੂਲ ਹੋਈਆਂ, ਉਹਦੇ ਸੰਬੰਧ ਵਿੱਚ ਥੋੜ੍ਹਾ ਦੱਸੋ ਕਿ ਕਿੰਨੀਆਂ ਕੁ ਕਿਤਾਬਾਂ ਹੁਣ ਤੱਕ ਤੁਸੀਂ ਲਿਖ ਚੁੱਕੇ ਹੋ? ਤਕਰੀਬਨ 20 ਕਿਤਾਬਾਂ ਹੈਗੀਆਂ, ਸ਼ਾਇਦ 20 ਤੋਂ ਜ਼ਿਆਦਾ ਹੀ ਹੋਣਗੀਆਂ। ਜੀ ਉਹਨਾਂ 'ਚ ਛੋਟੀਆਂ ਚੈਪ ਬੁੱਕਸ ਵੀ ਹੈਗੀਆਂ, ਰਾਈਟ ਪਰ ਜ਼ਿਆਦਾ ਫੁੱਲ ਜਿਹੜੀਆਂ ਕਿਤਾਬਾਂ ਹੁੰਦੀਆਂ ਹੈਗੀਆਂ। ਤੇ ਸਭ ਤੋਂ ਜਿਹੜੀ ਸਾਡੀ ਜ਼ਿਆਦਾ ਮਕਬੂਲ ਹੋਈ ਕਹਿ ਲਓ ਜਾਂ ਐਕਸੈਪਟ ਹੋਈ, ਉਹ ਇਹ ਕਿਤਾਬ ਹੈਗੀ ਆ ਲੀਲਾ। ਲੀਲਾ ਹਾਂਜੀ ਹਾਂਜੀ, ਇਹ ਵੱਡੀ ਕਿਤਾਬ ਹੈਗੀ ਆ, ਮੋਰ ਦੈਨ 1000 ਪੇਜਸ। ਰਾਈਟ ਤਾਂ ਇਹ ਦੋ ਜਾਣੇ ਨੇ ਅਸੀਂ ਲਿਖੀ, ਨਵਤੇਜ ਭਾਰਤ ਨੇ ਤੇ ਮੈਂ। ਠੀਕ ਤਾਂ ਇਹਦੇ ਤੇ ਕਈ ਸਾਨੂੰ ਪਤਾ ਵੀ ਨਹੀਂ ਕਿੰਨੀਆਂ PhD ਹੋ ਚੁੱਕੀਆਂ ਹੈਗੀਆਂ। ਓਕੇ ਤਾਂ ਸੋ ਇਹਦੇ 'ਚ ਕੀ ਤੁਸੀਂ ਫੋਕਸ ਕੀਤਾ ਸੀ ਇਸ ਕਿਤਾਬ ਵਿੱਚ? ਕੁਝ ਵੀ ਨਹੀਂ, ਸਾਰੇ ਜਿਹੜੀ ਜ਼ਿੰਦਗੀ ਹੈ, ਲਾਈਫ ਹੈ, ਉਹ ਪ੍ਰਤੀਬਿੰਬਤ ਹੁੰਦੀ ਹੈ ਇਹਦੇ 'ਚ। ਓਕੇ ਸਾਡੀ ਜਿਹੜਾ ਸਪਿਰਚੁਅਲ ਆਸਪੈਕਟ ਹੈ ਪੰਜਾਬੀ ਰਾਈਟ ਸੱਭਿਆਚਾਰ ਦਾ, ਜਿਹੜਾ ਸੋਸ਼ਲ ਆਸਪੈਕਟ ਹੈ, ਉਹ ਇਹਦੇ 'ਚੋਂ ਪ੍ਰਤੀਬਿੰਬਤ ਹੁੰਦੇ ਹੈਗੇ। ਰਾਈਟ ਔਰ ਇਹਦੇ 'ਚ ਅਸੀਂ ਬੜੇ ਨਵੇਂ ਤਜਰਬੇ ਵੀ ਕੀਤੇ ਹੈਗੇ। ਜਿਵੇਂ ਫਰਜ਼ ਕੀਤਾ, ਇਹਦੇ 'ਚ ਲਿਪੀ ਨੂੰ ਅਸੀਂ ਇਹ ਕਿਹਾ ਕਿ ਲਿਪੀ ਇਟ ਸੈਲਫ ਪੋਇਟਰੀ ਹੈਗੀ ਹੈ। ਰਾਈਟ ਤਾਂ ਇਹਦੇ 'ਚ ਅਸੀਂ ਬੜੇ ਗ੍ਰਾਫਿਕਸ ਦਿੱਤੇ ਹੈਗੇ ਐਨਸ਼ੀਅੰਟ ਸਕ੍ਰਿਪਟਸ ਦੇ, ਸਾਰੀ ਦੁਨੀਆ ਤੋਂ, ਰਾਈਟ ਆਪਣੇ ਵੀ ਇੱਧਰ ਵੈਸਟ ਦੇ, ਨੇਟਿਵ ਇੰਡੀਅਨਸ ਦੇ। ਸੋ ਕਾਫੀ ਰਿਸਰਚ ਕੀਤੀ ਪਹਿਲਾਂ ਸਾਰੇ ਇਸ ਹਾਂ, ਤੇ ਕਾਫੀ ਰਿਸਰਚ ਕਰਕੇ। ਕਿੰਨਾ ਕੁ ਸਮਾਂ ਲੱਗਿਆ ਸੀ, ਕਿਉਂਕਿ 1000 ਪੇਜ ਦੀ ਕਿਤਾਬ ਲਿਖਣੀ ਕੋਈ ਸੌਖੀ ਗੱਲ ਨਹੀਂ ਐਕਚੁਅਲੀ 1054 ਪੇਜ ਦੀ ਹੈਗੀ। ਵਾਓ ਤਾਂ ਇਹਦੇ ਤੇ ਕਾਫੀ ਟਾਈਮ ਲੱਗ ਗਿਆ, ਪਰ ਸਾਨੂੰ ਇਹ ਕੋਈ ਸਪੈਸੀਫਿਕ ਟਾਈਮ ਨਹੀਂ ਕਿ ਅਸੀਂ 4 ਸਾਲਾਂ 'ਚ ਲਿਖੀ, 5 ਸਾਲਾਂ 'ਚ ਲਿਖੀ। ਕੁਝ ਕਵਿਤਾਵਾਂ ਬਹੁਤ ਪਹਿਲਾਂ ਦੀ ਲਿਖੀਆਂ ਹੋਈਆਂ ਸੀ, ਕੁਝ ਪਿੱਛੋਂ ਲਿਖੀਆਂ। ਰਾਈਟ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਐਡੇ ਸਾਈਜ਼ ਦੀ ਕੀ ਲੋੜ ਸੀ। ਯਾ ਤਾਂ ਐਬਸੋਲੂਟਲੀ, ਇਹ ਕਿਉਂਕਿ ਜਿਹੜਾ ਇਹਦਾ ਸਾਈਜ਼ ਹੈ, ਜੀ ਇਟਸ ਅ ਸਟੇਟਮੈਂਟ। ਇਹ ਸਟੇਟਮੈਂਟ ਹੈ ਕਿ ਪੋਇਟਰੀ ਮੈਟਰਸ। ਰਾਈਟ ਪੋਇਟਰੀ ਦੇ ਤੁਸੀਂ એનર્ਜੀ ਵੀ ਲਾ ਸਕਦੇ ਹੋ, ਪੈਸੇ ਵੀ ਲਾ ਸਕਦੇ ਹੋ। ਜੀ ਉਸ ਤਰ੍ਹਾਂ ਇਹਨੂੰ ਇਹਦੀ ਜਿਹੜੀ ਸਾਰੀ ਪਬਲੀਕੇਸ਼ਨ ਹੈ ਤਾਂ ਗਵਰਨਮੈਂਟ ਆਫ ਕੈਨੇਡਾ ਨੇ ਸਪੋਰਟ ਕੀਤੀ ਸੀ ਜੀ, ਕੈਨੇਡਾ ਕਾਉਂਸਲ ਦੇ। ਰਾਈਟ ਤੇ ਪਬਲਿਸ਼ਰ ਵੀ ਇੱਧਰ ਲਈ ਹੈਗੇ ਆ, ਰੇਨਬਰਡ ਪ੍ਰੈਸ। ਰਾਈਟ ਪ੍ਰਿੰਟ ਉਧਰੋਂ ਕਰਵਾਈ ਸੀਗੀ। ਤੇ ਕੀ ਇਹਦਾ ਅਨੁਵਾਦ ਵੀ ਹੋਇਆ ਜੀ? ਨਹੀਂ, ਅਨੁਵਾਦ ਅਸੀਂ ਕਰ ਰਹੇ ਹਾਂ, ਸੋਚ ਰਹੇ ਹੈਗੇ ਆ ਹਿੰਦੀ ਤੇ ਅੰਗਰੇਜ਼ੀ ਵਿੱਚ। ਬਹੁਤ ਖੂਬ, ਹਾਂਜੀ। ਗੱਲਬਾਤ ਕਰਦੇ ਰਹਾਂਗੇ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਕਿ ਓਵਰ ਦ ਈਅਰਸ 66 ਤੋਂ ਲੈ ਕੇ ਹੁਣ ਤੱਕ ਜਿਹੜੀ ਸਾਹਿਤ ਦੀ ਅਸੀਂ ਗੱਲ ਕਰਦੇ ਹਾਂ, ਸਾਹਿਤ ਦੇ ਵਿੱਚ ਕੀ ਚੇਂਜਸ ਤੁਸੀਂ ਵੇਖ ਰਹੇ ਹੋ? ਕਿਉਂਕਿ ਤੁਹਾਡੀ ਗੱਲਾਂ 'ਚੋਂ ਇੱਕ ਚੀਜ਼ ਜਿਹੜੀ ਮੈਂ ਦੇਖ ਰਿਹਾ, ਤੁਸੀਂ ਸਪਿਰਿਚੁਅਲਿਟੀ ਦਾ ਜਿਹੜਾ ਐਂਗਲ ਹੈ ਉਸ ਨੂੰ ਕਾਫੀ ਅੱਗੇ ਉਭਾਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ, ਅਤੇ ਓਵਰ ਦ ਈਅਰਸ ਕਿਸ ਤਰੀਕੇ ਨਾਲ ਸਾਹਿਤ ਵਿੱਚ ਜਿਹੜੇ ਚੇਂਜਸ ਆਏ ਨੇ, ਇਹਦੇ ਬਾਰੇ ਵੀ ਗੱਲ ਕਰਨੀ ਹੈ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸ਼ੋਰ। ਨਾਮਵਰ ਲੇਖਕ ਅਤੇ ਡਰਾਮੈਟਿਸਟ ਅਜਮੇਰ ਰੋਡੇ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੇ ਜੀਵਨ ਵਿੱਚੋਂ ਜੋ ਕੁਝ ਉਹਨਾਂ ਨੇ ਉਪਲਬਧੀਆਂ ਕੀਤੀਆਂ ਨੇ ਉਸ ਸੰਬੰਧੀ ਵੀ ਜਾਣਕਾਰੀ ਲਾਂਗੇ, ਤੇ ਖਾਸ ਤੌਰ 'ਤੇ ਇੱਕ ਵੱਖਰੇ ਕਿਸਮ ਦਾ ਸਾਹਿਤ ਜੋ ਹੈ ਉਹ ਲੋਕਾਂ ਤੱਕ ਲੈ ਕੇ ਆ ਰਹੇ ਨੇ, ਉਸ ਬਾਰੇ ਵੀ ਚਰਚਾ ਚੱਲਦੀ ਰਹੇਗੀ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਜੀ ਕਿ ਓਵਰ ਦ ਈਅਰਸ ਜੋ ਕੁਝ ਤੁਸੀਂ ਚੇਂਜਸ ਦੇਖੇ ਹੈਗੇ ਨੇ, ਅੱਜ ਹਰ ਇੱਕ ਕੋਈ ਜੇ ਕੋਈ ਥੋੜ੍ਹਾ ਬਹੁਤਾ ਵੀ ਲਿਖਦਾ ਹੈ, ਆਪਣੇ ਆਪ ਨੂੰ ਸਾਹਿਤਕਾਰ ਰਖਵਾਉਂਦਾ ਹੈ, ਕਿਤਾਬਾਂ ਛਾਪਣੀਆਂ ਅੱਜ ਸੌਖੀਆਂ ਹੋ ਗਈਆਂ, ਮਾਇਆ ਦੇ ਨਾਲ ਤੁਸੀਂ ਕੁਝ ਵੀ ਕਰ ਸਕਦੇ ਹੋ। ਓਵਰ ਦ ਈਅਰਸ ਜਿਹੜੇ ਚੇਂਜਸ ਆ ਰਹੇ ਨੇ, ਕਿਸ ਪਾਸੇ ਨੂੰ ਅਸੀਂ ਜਾ ਰਹੇ ਹਾਂ? ਕਿਉਂਕਿ ਸਾਹਿਤ ਦੀ ਜਦ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਇਹ ਵੀ ਵੇਖਣ ਨੂੰ ਮਿਲਦਾ ਹੈ ਕਿ ਇਹ ਸਿਰਫ ਸਾਹਿਤਕਾਰਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਆਮ ਜਨਤਾ ਤੇ ਖਾਸ ਤੌਰ 'ਤੇ ਪੰਜਾਬੀ ਨਾਲ ਜਦੋਂ ਸਾਹਿਤ ਸਾਹਮਣੇ ਆਉਂਦਾ ਹੈ ਤੇ ਅਸੀਂ ਓਵਰ ਦ ਮਾਸਸ ਜਿਹੜੇ ਨੇ ਉਹਨਾਂ ਤੱਕ ਸ਼ਾਇਦ ਨਹੀਂ ਪਹੁੰਚ ਸਕ ਰਹੇ। ਤੁਹਾਡਾ ਕੀ ਐਕਸਪੀਰੀਅੰਸ ਹੈ ਜੀ? ਇਹਦੇ 'ਚ ਇਹ ਹੈਗਾ ਕਿ ਕੁਝ ਲੇਖਕ ਹੈਗੇ ਜਿਹੜੇ ਮਾਸਸ ਤੱਕ ਵੀ ਪਹੁੰਚਦੇ ਜੀ, ਜਿਵੇਂ ਪੰਜਾਬੀ ਵਿੱਚ ਸ਼ਿਵ ਕੁਮਾਰ ਸੀ ਜੀ, ਸੁਰਜੀਤ ਪਾਤਰ ਹੈ ਹੁਣ, ਤੇ ਅੰਮ੍ਰਿਤ ਹੈ ਜੀ,
ਸੁਖਵਿੰਦਰ ਅੰਮ੍ਰਿਤ, ਹੋਰ ਵੀ ਲੋਕ ਹੈਗੇ ਆ। ਇਹ ਤਾਂ ਕਵਿਤਾ ਵਾਲੇ ਹੈਗੇ ਆ, ਰਾਈਟ। ਬਾਕੀ ਨਾਵਲਿਸਟ ਹੈਗੇ ਆ। ਤਾਂ ਇਹ ਨਹੀਂ ਕਿ ਬਿਲਕੁਲ ਨਹੀਂ ਪਹੁੰਚਦੇ, ਪਰ ਇਹ ਤੁਹਾਡੀ ਗੱਲ ਠੀਕ ਹੈ ਕਿ ਜਿਹੜਾ ਬਲਕ ਕਿਸਮ ਦਾ ਸਾਹਿਤ ਲਿਖਿਆ ਜਾ ਰਿਹਾ ਉਹ ਨਹੀਂ ਪਹੁੰਚਦਾ। ਰਾਈਟ। ਉਹ ਕਿਉਂਕਿ ਜਿਹੜਾ ਲੇਖਕ ਹੈ ਮੇਰੇ ਹਿਸਾਬ ਨਾਲ ਜਿੰਨਾ ਚਿਰ ਉਹ ਇੱਕਮਿਕ ਨਹੀਂ ਆਪਣੀ ਰਚਨਾ ਨਾਲ, ਅੰਦਰੋਂ ਸੁਹਿਰਦ ਨਹੀਂ ਜੀ ਕਿ ਮੈਂ ਸਾਹਿਤ ਦੀ ਰਚਨਾ ਕਰ ਰਿਹਾ, ਮੈਂ ਸ਼ਾਰਟ ਸਟੋਰੀ ਲਿਖ ਰਿਹਾ ਜਾਂ ਕਵਿਤਾ ਲਿਖ ਰਿਹਾ, ਇਸ ਕਰਕੇ ਨਹੀਂ ਕਿ ਇਹਦੇ 'ਚੋਂ ਮੈਨੂੰ ਕੋਈ ਫਾਇਦਾ ਹੋਵੇ, ਮਸ਼ਹੂਰੀ ਹੋਵੇ, ਰਾਈਟ, ਜਾਂ ਕੋਈ ਪੈਸੇ ਨਾਲ ਫਾਇਦਾ ਹੋਵੇ, ਸਿਰਫ ਇਸ ਕਰਕੇ ਕਿ ਉਸ ਨੇ ਲੋਕਾਂ ਦੀਆਂ ਆਪਣੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਹੈ ਸੁਹਿਰਦਤਾ ਨਾਲ। ਸੋ ਜਿੰਨਾ ਚਿਰ ਲੇਖਕ ਸੁਹਿਰਦ ਨਹੀਂ ਲੇਖਣੀ ਵੱਲ, ਉਹਨਾਂ ਚਿਰ ਉਹਨਾਂ ਦੀ ਜਿਹੜੀ ਲੇਖਣੀ ਆ ਉਹ ਪ੍ਰਵਾਨ ਨਹੀਂ ਹੋਊਗੀ, ਉਹ ਪੇਤਲੀ ਰਹੂਗੀ। ਸੋ ਅੱਜ ਦੀ ਜਿਹੜੀ ਪ੍ਰੋਬਲਮ ਇਹ ਹੈ ਕਿ ਸਾਡੀ ਜਿਹੜਾ ਸੱਭਿਆਚਾਰ ਹੈ ਉਹ ਬਹੁਤ ਬਦਲ ਗਿਆ, ਸੋਸਾਇਟੀ ਵੀ ਬਦਲ ਗਈ ਹੈ, ਪਰ ਸੱਭਿਆਚਾਰ ਡੀਪਰ ਗੱਲ ਹੈਗੀ ਹੈ ਤੇ ਸਾਹਿਤ ਜਿਹੜਾ ਸੱਭਿਆਚਾਰ ਨਾਲ ਜ਼ਿਆਦਾ ਸੰਬੰਧਿਤ ਹੈਗਾ। ਐਬਸੋਲੂਟਲੀ। ਤਾਂ ਸੱਭਿਆਚਾਰ ਜਿਹੜਾ ਹੈਗਾ ਕਿ ਕੰਜ਼ਿਊਮਰਿਜ਼ਮ ਵੱਲ ਬਹੁਤ, ਖਪਤਕਾਰੀ ਵੱਲ ਬਹੁਤ ਆ ਗਿਆ ਹੈਗਾ ਕਿ ਅੱਗੇ ਜਿਹੜੇ ਸਾਹਿਤਕਾਰ ਤੇ ਆਰਟਿਸਟ ਸੀ ਥੋੜ੍ਹੇ ਜਿਹੇ ਅਣਭਿੱਜ ਰਹਿੰਦੇ ਸੀ ਇਹਨਾਂ ਗੱਲਾਂ ਤੋਂ, ਸੋ ਕਾਲਡ ਮਟੀਰੀਅਲਿਜ਼ਮ ਤੋਂ, ਤੇ ਉਹਨਾਂ ਦਾ ਜ਼ਿਆਦਾ ਜਿਹੜਾ ਰੁਝਾਨ, ਜ਼ਿਆਦਾ ਉਹਨਾਂ ਦੀ ਪ੍ਰਵਿਰਤੀ, ਇੰਟੈਂਸ਼ਨ ਲੋਕਾਂ ਦੇ ਦੁੱਖ ਸੁੱਖ ਪ੍ਰਤੀਬਿੰਬਿਤ ਕਰਨੇ ਹੁੰਦੇ ਸੀ। ਪਰ ਅੱਜ ਕਾਫੀ ਲੋਕ ਇਸ ਤਰ੍ਹਾਂ ਲਿਖ ਰਹੇ ਕਿ ਮੈਂ ਆਹ ਕਿਤਾਬ ਲਿਖ ਕੇ ਮਸ਼ਹੂਰ ਹੋ ਜਾਊਂਗਾ, ਇਹਦੀ ਓਪਨਿੰਗ ਹੋਊਗੀ, ਦੋਸਤ ਆਉਣਗੇ, ਫਰੈਂਡਸ ਆਉਣਗੇ, ਤਾਂ ਉਹ ਜ਼ਿਆਦਾ ਮਨ 'ਤੇ ਹੁੰਦਾ ਹੈਗਾ ਰਾਦਰ ਦੈਨ ਕਿ ਕਿਹੋ ਜਿਹਾ ਮੈਂ ਸਾਹਿਤ, ਕਿਸ ਕੁਆਲਿਟੀ ਦਾ ਮੈਂ ਲਿਖ ਰਿਹਾ ਹੈਗਾ। ਸੋ ਇਹ ਬੜੀ ਇੱਕ ਚਿੰਤਾ ਦਾ ਵਿਸ਼ਾ, ਚੇਂਜ ਆਈ ਹੈਗੀ ਹੈ ਪਿਛਲੇ 2-3 ਦਹਾਕੇ 'ਚ। ਜਿਹੜੀ ਪਹਿਲੀ ਜਨਰੇਸ਼ਨ ਸੀ, ਜਿਵੇਂ ਨਾਨਕ ਸਿੰਘ ਸੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੇਖੋਂ, ਉਹ ਕਾਫੀ ਹੱਦ ਤੱਕ ਸਾਹਿਤ ਨਾਲ ਹੀ ਇੰਟੈਂਸ਼ਨ ਕੁਝ ਹੋਰ ਸੀ, ਜਿਸ ਤਰ੍ਹਾਂ ਤੁਸੀਂ ਕਿਹਾ। ਹੁਣ ਅੱਜ ਦੇ ਸਮਾਜ ਵਿੱਚ ਸਾਹਿਤ ਦੀ ਜਦੋਂ ਅਸੀਂ ਸਾਰਥਕਤਾ ਦੀ ਗੱਲ ਕਰਦੇ ਹੈਗੇ ਹਾਂ, ਕੀ ਪ੍ਰਭਾਵ ਸਾਹਿਤ ਦਾ ਜਿਹੜਾ ਹੈਗਾ ਸਾਡੇ ਤੇ ਪੈਂਦਾ ਹੈਗਾ, ਪੈ ਸਕਦਾ ਹੈਗਾ, ਇਹਦੇ ਬਾਰੇ ਥੋੜ੍ਹਾ ਦੱਸੋ। ਸਾਹਿਤ ਪਹਿਲੀ ਗੱਲ ਤਾਂ ਹੈ ਕਿ ਸਾਡੇ ਸੱਭਿਆਚਾਰ ਨੂੰ ਇਹ ਡੈਫਥ, ਡੂੰਘਾਈ ਦਿੰਦਾ ਹੈਗਾ। ਹਾਂਜੀ, ਜਿਹੜਾ ਜ਼ਿਆਦਾ ਹੋਰ ਕਲਾ ਹੈਗੀ ਆ ਜਿਵੇਂ ਗਾਉਣਾ, ਡਾਂਸ, ਫਿਲਮ, ਉਹ ਵੀ ਆਈਡੀਆਜ਼ ਪੇਸ਼ ਕਰ ਸਕਦੇ, ਪਰ ਉਹ ਉਨੇ ਨਹੀਂ ਜਿੰਨਾ ਕਿ ਸਾਹਿਤ, ਲਿਟਰੇਚਰ ਡੈਫਥ ਦਿੰਦਾ ਸਾਡੇ ਕਲਚਰ ਨੂੰ, ਸਾਡੀਆਂ ਆਦਤਾਂ, ਸੁਭਾਅ ਬਣਾਉਣ ਨੂੰ। ਤੇ ਇਸ ਕਰਕੇ ਜਿਹੜਾ ਸਾਹਿਤ ਆ ਬਹੁਤ ਜ਼ਰੂਰੀ ਹੈਗਾ। ਤੇ ਜਦੋਂ ਪਹਿਲੀ ਗੱਲ ਤਾਂ ਸਾਹਿਤ ਜਿਹੜਾ ਹੈਗਾ, ਜਦੋਂ ਕੋਈ ਚੰਗਾ ਸਾਹਿਤ ਪਾਠਕ ਪੜ੍ਹਦਾ ਹੈਗਾ, ਉਹਨੂੰ ਜਿਹੜਾ ਉਹ ਆਪਣੀਆਂ ਵਰੀਜ਼ ਹੁੰਦੀਆਂ ਹੈਗੀਆਂ, ਬਹੁਤ ਉਲਝਣਾਂ ਹੁੰਦੀਆਂ, ਉਹਨਾਂ ਤੋਂ ਇੱਕ ਪਾਸੇ ਲੈ ਜਾਂਦਾ, ਦੂਰ ਲੈ ਜਾਂਦਾ ਹੋਰ ਦੁਨੀਆ 'ਚ। ਸੋ ਸਟਰੈਸ ਘਟ ਜਾਂਦੀ, ਜਿਹੜੀ ਸਟਰੈਸ ਬਹੁਤ ਬਿਮਾਰੀਆਂ ਦੀ ਜਨਮਦਾਤਾ ਹੈਗੀ। ਇੱਕ ਤਾਂ ਇਹ ਹੈ। ਦੂਸਰਾ, ਸਾਹਿਤ ਦੀ ਜਿਹੜਾ ਮੇਨ ਕਰਤੱਵ ਹੈਗਾ ਉਹ ਚੇਤਨਾ ਲਿਆਉਣਾ। ਅਸੀਂ ਸਾਰੇ ਹੀ ਦੇਖਦੇ ਹਾਂ ਆਲਾ ਦੁਆਲਾ ਜ਼ਿੰਦਗੀ, ਸੋਸਾਇਟੀ, ਜੀਵਨ ਨੂੰ, ਪਰ ਉਹਦੇ ਕੁਛ ਐਸੇ ਪਹਿਲੂ ਹੁੰਦੇ ਆ ਕਿ ਅਸੀਂ ਆਪਣੇ ਕਾਹਲ 'ਚ, ਕੰਮਕਾਰ 'ਚ ਉਹਨਾਂ ਨੂੰ ਅੱਖੋਂ ਪਰੋਖੇ ਰੱਖਦੇ ਹਾਂ। ਸਾਹਿਤ ਦਾ ਇਹ ਕਰਤੱਵ ਆ ਕਿ ਉਹਨਾਂ ਜਿਹੜੇ ਅਣਦਿਸਦੇ ਪਹਿਲੂ ਆ, ਪੱਖ ਹੈ, ਉਹਨਾਂ ਨੂੰ ਉਜਾਗਰ ਕਰਨਾ, ਤਾਂ ਕਿ ਜਿਹੜੇ ਆਮ ਲੋਕ ਆ ਉਹਨਾਂ ਤੋਂ ਸੁਚੇਤ ਹੋ ਜਾਣ। ਉਹ ਇੱਕ ਆਰਡੀਨਰੀ ਵਸਤੂ 'ਚੋਂ ਐਕਸਟਰਾ ਆਰਡੀਨਰੀ ਉਹਦਾ ਪੱਖ ਦਿਖਾਉਣਾ, ਇਹ ਸਾਹਿਤ ਦਾ ਕਰਤੱਵ ਹੈਗਾ। ਔਰ ਜਿਵੇਂ ਫਰਜ਼ ਕੀਤਾ ਇੱਕ ਨਾਵਲ ਹੈ, ਤੁਸੀਂ, ਮੈਂ ਆਪਣੀ ਜ਼ਿੰਦਗੀ ਜਿਉ ਰਿਹਾ ਹੈਗਾ, ਬਸ ਮੈਂ ਆਪਣੇ ਆਪ 'ਚ ਹੀ ਮੈਨੂੰ ਪਤਾ ਹੈ। ਤੁਸੀਂ ਇੱਕ ਨਾਵਲ ਪੜ੍ਹੋ ਤਾਂ ਇੱਕ ਹੋਰ ਦੁਨੀਆ ਦਾ ਵੀ ਤੁਹਾਨੂੰ ਪਤਾ ਲੱਗਦਾ, ਹੋਰ ਕੈਰੈਕਟਰ ਕਿਵੇਂ ਜਿਉ ਰਹੇ ਆ ਉਹਨਾਂ ਦਾ ਪਤਾ ਲੱਗਦਾ। ਸੋ ਤੁਹਾਡਾ ਜਿਹੜਾ ਜੀਵਨ ਦਾ ਅਨੁਭਵ ਹੈਗਾ ਉਹ ਵਿਸ਼ਾਲ ਹੁੰਦਾ ਪੜ੍ਹਨ ਨਾਲ। ਸੋ ਇਸ ਕਰਕੇ ਜਿਹੜਾ ਸਾਹਿਤ ਹੈ ਇਹ ਬਹੁਤ ਹੀ ਐਸੈਂਸ਼ੀਅਲ ਅੰਗ ਹੈਗਾ ਸਾਡੇ ਸੱਭਿਆਚਾਰ ਦਾ। ਐਬਸੋਲੂਟਲੀ। ਉਹਦੇ ਨਾਲ ਆਮ ਤੌਰ ਦੇ ਉੱਤੇ ਇਹ ਵੀ ਦੇਖਿਆ ਜਾਂਦਾ ਹੈਗਾ, ਜਿਸ ਤਰ੍ਹਾਂ ਤੁਸੀਂ ਜੋ ਗੱਲਾਂ ਬਾਤਾਂ ਕੀਤੀਆਂ, ਉਹਦੇ ਸਪਿਰਿਚੁਅਲਿਟੀ ਦਾ ਐਲੀਮੈਂਟ ਜਿਹੜਾ ਤੁਸੀਂ ਕਿਹਾ, ਮੈਂ ਇੱਥੇ ਫੋਕਸ ਕਰਦਾ ਰਿਹਾ। ਆਮ ਤੌਰ ਦੇ ਉੱਤੇ ਸਾਹਿਤ ਵਿੱਚ ਸੋਸ਼ਲ ਇਸ਼ੂਜ਼ ਨੂੰ ਲਿਆਇਆ ਗਿਆ, ਹੋਰ ਬਹੁਤ ਸਾਰੇ ਰੋਮਾਂਸ ਨੂੰ ਲਿਆਂਦਾ ਗਿਆ, ਜਾਂ ਤੁਹਾਡੇ ਰੋਜ਼ਮਰਾ ਜ਼ਿੰਦਗੀ ਜਿਹੜੀ ਹੈ, ਪਰ ਸਪਿਰਿਚੁਅਲਿਟੀ ਦਾ ਜਿਹੜਾ ਪੱਖ ਹੈ ਉਹਨੂੰ ਥੋੜ੍ਹਾ ਜਿਹਾ ਸਾਈਡਲਾਈਨ ਕਰ ਦਿੱਤਾ ਜਾਂਦਾ ਹੈ। ਤੁਸੀਂ ਕਿਵੇਂ ਪ੍ਰਭਾਵਿਤ ਹੋਏ ਕਿ ਇਸ ਚੀਜ਼ ਨੂੰ ਵੀ ਤੁਸੀਂ ਸਟਰੋਂਗ ਰੱਖ ਕੇ ਲੈ ਕੇ ਆਏ? ਪਹਿਲੀ ਗੱਲ ਤਾਂ ਹੈ ਕਿ ਜਿਹੜੀ ਸਪਿਰਿਚੁਅਲਿਟੀ ਹੈ ਉਹਦਾ
ਧਰਮ ਨਾਲ ਨਹੀਂ ਸੰਬੰਧ। ਜੀ ਜਿਹੜੀ ਸਾਹਿਤ ਦੀ, ਕਵਿਤਾ ਦੀ ਸਪਿਰਿਚੁਅਲਿਟੀ ਹੈ, ਉਹ ਜਿਹੜਾ ਸਾਡਾ ਜੀਵਨ ਦਾ ਮੁੱਢਲਾ ਇਨਸਟਿੰਕਟ ਹੈ, ਜਜ਼ਬਾ, ਉਹਦੇ ਨਾਲ, ਜਿਹਦੇ ਨਾਲ ਲਾਜਿਕ ਦਾ ਕੋਈ ਸੰਬੰਧ ਨਹੀਂ। ਠੀਕ। ਅਸੀਂ ਜਿਉਂਦੇ ਹਾਂ, ਹੈ ਨਾ, ਤਾਂ ਭਾਵਨਾਵਾਂ, ਸਾਡੀਆਂ ਫੀਲਿੰਗਾਂ, ਜਿਹੜਾ ਸਾਹਿਤ ਦਾ ਅੰਗ, ਸਾਡੀ ਸੋਚ ਉਹਦੇ ਨਾਲ ਸੰਬੰਧਿਤ ਹੈ, ਉਹ ਮੇਰੇ ਵਾਸਤੇ ਸਪਿਰਿਚੁਅਲ ਆ। ਰਾਈਟ। ਜੇ ਸਪਿਰਿਚੁਅਲ ਤੋਂ ਜਿਹੜਾ ਡਿਵੋਇਡ ਹੈ, ਆਈ ਮੀਨ ਜਿਹੜਾ ਬਿਨਾਂ ਸਪਿਰਿਚੁਅਲ ਤੋਂ ਕੋਈ ਵੀ ਆਸਪੈਕਟ ਆ ਲਾਈਫ ਦਾ, ਉਹ ਬਹੁਤ ਮਕੈਨੀਕਲ ਤੇ ਖੁਸ਼ਕ ਹੋ ਜਾਂਦਾ ਹੈ। ਐਕਚੁਅਲੀ ਦਾ ਲਾਈਫ ਇਟਸ ਨਾਟ ਵਰਥ ਲਿਵਿੰਗ ਜੇ ਉਹਦੇ 'ਚ ਸਪਿਰਿਚੁਅਲ ਆਸਪੈਕਟ ਹੈ ਨਹੀਂ। ਰਾਈਟ। ਸੋ ਇਸ ਕਰਕੇ ਤਾਂ ਬਹੁਤ ਜ਼ਰੂਰੀ ਸੀਗਾ। ਤਕਰੀਬਨ ਦੂਸਰੇ ਲੇਖਕ ਵੀ ਇਹ ਕਰਦੇ, ਬੇਸ਼ੱਕ ਉਹ ਇਸ ਗੱਲ ਤੋਂ ਅਵੇਅਰ ਨਾ ਹੋਣ, ਪਰ ਜਿਹੜਾ ਵੀ ਬੰਦਾ ਫੀਲਿੰਗ 'ਚੋਂ ਭਾਵਨਾਵਾਂ, ਦੁੱਖ ਸੁੱਖ ਪ੍ਰਗਟ ਕਰਦਾ ਹੈਗਾ, ਉਹ ਸਪਿਰਿਚੁਅਲਿਟੀ ਤੋਂ ਬਿਨਾਂ ਨਹੀਂ ਕਰ ਸਕਦਾ। ਐਬਸੋਲੂਟਲੀ। ਇਹਦੇ ਬਾਰੇ ਹੋਰ ਗੱਲਬਾਤ ਕਰਨੀ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਨੇ ਤੇ ਬਹੁਤ ਸਾਰੇ ਤੁਹਾਨੂੰ ਪੁਰਸਕਾਰ ਵੀ ਮਿਲੇ, ਉਸ ਤੋਂ ਬਾਅਦ ਤੁਸੀਂ ਬਹੁਤ ਕੁਝ ਅਨੁਵਾਦ ਵੀ ਕੀਤਾ, ਅੰਗਰੇਜ਼ੀ ਵਿੱਚ ਵੀ ਤੁਸੀਂ ਲਿਖਿਆ। ਇਹ ਸਾਰੀਆਂ ਚੀਜ਼ਾਂ ਕਿਵੇਂ ਜਿਹੜੀਆਂ ਨੇ, ਇਹ ਖਾਸ ਤੌਰ 'ਤੇ ਜਿਹੜਾ ਕੋਈ ਨਵਾਂ ਸਾਹਿਤਕਾਰ ਬਣਨਾ ਚਾਹੁੰਦਾ ਉਹਦੇ ਵਾਸਤੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ? ਇਸ ਬ੍ਰੇਕ ਤੋਂ ਕਰਦੇ ਹਾਂ ਗੱਲਬਾਤ ਜੀ। ਸ਼ੇਅਰ ਜੀ। तो स्वागत करते हैं जी एक बार फिर आप सब का अज के सैगमेंट में, मुलाकात करवा रहे हैं थोड़ी दोबारा अजमेर रोडी जी नाल। जी रोडी साहब, सो पहला जी तुसीं गल कर रहे सी उस दे विच स्पिरिचुअलिटी जिहड़ी हैगी है, इसनूं कई बारी धर्म नाल जिहड़ा जोड़िया जाता है, उस चीज़ नूं नहीं तुसीं उभारे, पर जीवन के हर पहलू दे विच जिहड़ी साडी फाउंडेशन स्ट्रोंग हो जाए तो असीं अपने जीवन नूं समझ सकीए, जी सकीए, उही चीज़ां नूं तुसीं उभारिया। बिल्कुल। तुसीं अंग्रेजी विच भी बहुत कुछ लिखिया ते अनुवाद भी बहुत कुछ अंग्रेजी विच है, उहदे संबंध विच दसो कि किन्ना कुछ तुसीं उस फील्ड वाले पासे गए ते किहड़ी चीज़ ने तुहानूं आकर्षित कीता उस पासे लिखण लई? हाँ जी, अंग्रेजी विच भी मैं लिखिया। एक तो अंग्रेजी इत्थों की मेन लैंगुएज है जी, तो मैं राइटर्स यूनियन का मैंबर रहा बहुत देर तो। राइटर्स यूनियन ऑफ कैनेडा इज द लार्जेस्ट जिहड़ी एसोसीएशन है राइटरां दी। तो ਉਹਦੇ 'ਚ अक्सर लोग गल करते राइटर्स भी की लिख रहे हो, की लिखिया, तो ਉਹ ਜੇ ਅੰਗਰੇਜ਼ੀ 'ਚ ਹੋਵੇ ਤਾਂ ਇਟਸ ਮੋਰ ਕਿ ਅਸੀਂ ਦੱਸ ਸਕਦੇ ਹਾਂ ਅਸੀਂ ਕੀ ਕਾਹਤੇ ਕੰਮ ਕਰ ਰਹੇ। ਸੋ ਐਨੀਵੇ, ਤਾਂ ਮੈਂ ਇੱਧਰ ਅੰਗਰੇਜ਼ੀ ਦਾ ਮਾਹੌਲ ਕਰਕੇ ਵੀ ਆਕਰਸ਼ਿਤ ਹੋਇਆ ਅੰਗਰੇਜ਼ੀ ਵੱਲ, ਤੇ ਮੈਂ ਜ਼ਿਆਦਾ ਪੋਇਟਰੀ ਲਿਖੀ ਹੈ। ਇੱਕ ਪਲੇ ਲਿਖਿਆ ਹੈਗਾ ਰੀਬਰਥ ਆਫ ਗਾਂਧੀ, ਉਹ ਜਿਹੜਾ ਇੱਥੇ ਹੋਇਆ ਸੀਗਾ, ਆਪਣੇ 2-3 ਥਾਈਂ ਹੋਇਆ। ਹਾਂਜੀ, ਇਟ ਵਾਸ ਅ ਫੁੱਲ ਹਾਊਸ, ਬਹੁਤ ਵਧੀਆ ਗਿਆ ਸੀ। ਹਾਂਜੀ, ਤਾਂ ਪਰ ਮੈਂ ਪਲੇ ਜਿਸ ਤਰ੍ਹਾਂ ਦੱਸਿਆ, ਮੈਂ ਪੰਜਾਬੀ 'ਚ ਲਿਖਣੇ ਜ਼ਿਆਦਾ ਪਸੰਦ ਕਰਦਾ ਹੈਗਾ। तो इस तरह अंग्रेजी विच क्योंकि माहौल इधर बहुत है और अंग्रेजी वास्ट लैंगुएज है और इट्स अ ब्यूटीफुल लैंगुएज। बहुत ये ऑप्शनस बड़िया जो लिखण लगी तो ये शब्द बहुत भंडार हैगा, ईडियम्स सारा कुछ बड़ा। सो ये भी थोड़ा जिहा अट्रैक्शन है तुहानूं। सो राइटर्स काउंसिल तो इलावा होर तुसीं किहड़ी सभा सोसाइटियां दे मैंबर हैगे हो, ते अजे भी किस तरह तुसीं अपना रोज़ जिहड़ा तुहाडा रोज़मर्रा जिंदगी दे विच की अजे भी तुहाडा उन्ना ही इंटरस्ट है लिखण वाले पासे, अजे थोड़ा जिहा हुण सोच रहे हो कि नहीं हुण थोड़ा जिहा टाइम दिता जाए? नहीं, हुण ज़्यादा। ठीक है। पहला जिवें जिवें समां गां घट रहिंदा जांदा जी, तो जी करदा कि आ भी लिख लीए, आ भी लिख लीए जी। सिर्फ फर्क इन्ना है कि हुण स्ट्रैस हेठ नहीं लिखीदा कि आ मैं जरूरी इन्ना लिख लेना, आई मस्ट डू दिस, ਉਹੋ ਜਿਹਾ ਕੁਛ ਨਹੀਂ। ਐਜ਼ ਇਟ ਕਮਸ ਲਿਖ ਐਜ਼ ਇਟ ਕਮਸ, ਠੀਕ, ਪਰ ਇਟ ਬਿਕਮਸ ਮੋਰ ਇੰਜੋਏਬਲ ਲਾਈਕ ਦਿਸ। ਤਾਂ ਤੁਸੀਂ ਅਨੁਵਾਦਾਂ ਦੀ ਗੱਲ ਕਰਦੇ ਸੀਗੇ, ਮੈਂ ਅਨੁਵਾਦ ਵੀ ਕਾਫੀ ਕੀਤੇ ਆ। ਜ਼ਿਆਦਾ ਮੈਂ ਟਰਾਈ ਕੀਤੀ ਹੈ ਕਿ ਪੰਜਾਬੀ ਤੋਂ ਅੰਗਰੇਜ਼ੀ 'ਚ ਕਰਦਿਆਂ, ਸੋ ਦੈਟ ਜਿਹੜੇ ਪੰਜਾਬੀ ਦੇ ਲੇਖਕ ਹੈਗੇ ਆ ਉਹ ਇੰਟਰੋਡਿਊਸ ਹੋ ਜਾਣ ਅੰਗਰੇਜ਼ੀ ਵਿੱਚ। ਤਾਂ ਮੋਸਟ ਰੀਸੈਂਟਲੀ ਮੈਂ ਸਤਿੰਦਰ ਸਿੰਘ ਨੂਰ ਦੀਆਂ ਕਵਿਤਾਵਾਂ ਅੰਗਰੇਜ਼ੀ 'ਚ ਕੀਤੀਆਂ। ਗੁਰਦਿਆਲ ਸਿੰਘ ਦਾ ਮੜੀਆ ਦੀਵਾ ਉਹ ਸਾਹਿਤ ਅਕਾਦਮੀ ਨੇ ਛਾਪਿਆ ਸੀ, ਉਹ ਵੀ ਅੰਗਰੇਜ਼ੀ ਵਿੱਚ ਮੈਂ ਪੂਰਾ ਨਾਵਲ ਕੀਤਾ ਹੈਗਾ। ਤੇ ਸੁਰਜੀਤ ਪਾਤਰ ਦੀਆਂ ਵੀ ਕੀਤੀਆਂ, ਪਰ ਉਹ ਜੇ ਛਪਣ ਵਾਲੀਆਂ ਹੈਗੀਆਂ। ਤਾਂ ਹੋਰ ਅੰਗਰੇਜ਼ੀ ਤੋਂ ਪੰਜਾਬੀ ਵੀ ਕਾਫੀ ਅਨੁਵਾਦ ਕੀਤੇ ਹੈਗੇ ਆ। ਸੋ ਇਹ ਅਨੁਵਾਦ ਦਾ ਵੀ ਨਾਲ ਹੀ ਕੰਮ ਬਹੁਤ ਕੁਝ। ਤੇ ਨਾਲ ਹੋਰ ਸਭਾ ਸੁਸਾਇਟੀ ਦੇ ਕਿਹਨਾਂ ਦੇ ਤੁਸੀਂ ਮੈਂਬਰ ਹੈਗੇ ਹੋ? ਹੋਰ ਤਾਂ ਇੱਥੇ ਪੰਜਾਬੀ ਆਪਣਾ ਹੈਗਾ ਲੇਖਕ ਮੰਚ, ਉਹਦਾ ਪਹਿਲਾਂ ਤੋਂ ਹੀ 40 ਸਾਲ ਹੋ ਗਏ ਉਹਨੂੰ ਸਟੈਬਲਿਸ਼ ਹੋਏ ਨੇ, ਤੇ ਉਦੋਂ ਤੋਂ ਹੀ ਮੈਂਬਰ ਹੈਗੇ। ਤੇ ਹੋਰ ਮੈਂ ਇੱਥੇ ਪੈਨ
ਇੰਟਰਨੈਸ਼ਨਲ ਦਾ ਮੈਂਬਰ ਸੀਗਾ, ਹੁਣ ਮੈਂ ਰਿਨਿਊ ਕਰਨ ਵਾਲਾ ਹੈਗਾ, ਓਕੇ। ਤਾਂ ਮੈਂ ਜ਼ਿਆਦਾ ਬਹੁਤੀਆਂ ਚ ਨਹੀਂ ਇਨਵੋਲਵ ਹੋਇਆ। ਸੋ ਲਿਟਰੇਰੀ ਸਰਕਲਸ ਦੇ ਵਿੱਚ ਹਰ ਪਾਸੇ ਹੀ ਤੁਸੀਂ ਜੁੜੇ ਹੋਏ ਹੋ, ਇਹ ਕਹਿ ਹਾਂ, ਸਕਦੇ ਜਿਵੇਂ ਕੈਨੇਡਾ ਕਾਉਂਸਲ ਆ ਉਹਦੀ ਜੂਰੀ ਤੇ ਮੈਂ ਰਿਹਾ, Right. BC ਆਰਟਸ ਕਾਉਂਸਲ ਓਕੇ। ਤੇ BC ਬੁੱਕ ਪ੍ਰਾਈਜ਼ਸ ਇਹਨਾਂ ਬਹੁਤ ਦੇ ਖੂਬ। ਜੂਰੀਆਂ ਤੇ ਰਿਹਾ। ਇਸ ਤੋਂ ਇਲਾਵਾ ਤੁਹਾਨੂੰ ਬਹੁਤ ਸਾਰੇ ਇਨਾਮ ਮਿਲੇ ਹੈਗੇ ਨੇ, ਪਰ ਮੈਂ ਚਾਹਾਂਗਾ ਥੋੜੇ ਜਿਹੇ ਜਿਹੜੇ ਕਿ ਵਾਕਈ 'ਚ ਤੁਸੀਂ ਮਹਿਸੂਸ ਕਰਦੇ ਹੋ ਕਿ ਜੋ ਤੁਸੀਂ ਲਿਖਿਆ ਉਸ ਦਾ ਵਰਥ ਜਿਹੜਾ ਹੈ ਉਹ ਲੋਕਾਂ ਨੇ ਵੀ ਸਰਾਹਿਆ ਤੇ ਹੋਰ ਆਰਗੇਨਾਈਜੇਸ਼ਨ ਨੇ ਵੀ ਸਰਾਹਿਆ, ਉਸ ਬਾਰੇ ਦੱਸੋ। ਹਾਂਜੀ, ਮੈਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਲੇਖ ਲਈ ਇਹ ਬੜਾ, ਜਿਵੇਂ ਬੂਟੇ ਵਾਸਤੇ ਪਾਣੀ ਬਹੁਤ ਕੰਮ ਕਰਦਾ ਹੈਗਾ ਜਾਂ ਉਹਦੀ ਲਾਈਫ ਹੁੰਦੀ ਹੈ, ਜੀ। ਇਸ ਤਰ੍ਹਾਂ ਹੀ ਲੇਖਕ ਵਾਸਤੇ ਵੀ ਉਹਦੀ ਰਿਕਗਨੀਸ਼ਨ, ਐਪਰੀਸੀਏਸ਼ਨ, ਪ੍ਰਤੀਕਰਮ ਲੋਕਾਂ ਦਾ ਰਾਈਟ। ਬੜਾ ਜ਼ਰੂਰੀ ਹੈਗਾ। ਤਾਂ ਮੈਨੂੰ ਵੀ, ਮੈਂ ਤਕਰੀਬਨ ਫਾਰਚੂਨੇਟ ਰਿਹਾ ਇਸ ਪਾਸੇ। ਜੀ। ਕਾਫੀ ਲੋਕਾਂ ਨੇ ਮੈਨੂੰ PhD 'ਚ ਹੋ ਰਹੀਆਂ ਕਿਤਾਬਾਂ ਤੇ ਬਾਕੀ ਇਨਾਮ, ਆਪਣੇ ਪੁਰਸਕਾਰ ਵੀ, ਜਿਵੇਂ ਭਾਸ਼ਾ ਵਿਭਾਗ ਦਾ ਅਨਾਦ ਵੱਡਾ ਹੈਗਾ ਦਿੱਲੀ 'ਚ, ਰਾਈਟ, ਫਾਊਂਡੇਸ਼ਨ ਉਹਨਾਂ ਦਾ, ਜੀ। UBC ਦਾ ਲਾਈਫ ਟਾਈਮ, ਮਹਿਫਲ ਮੈਗਜ਼ੀਨ, ਦਰਪਣ ਮੈਗਜ਼ੀਨ, ਚੀਫ ਮਿਨਿਸਟਰ ਆਫ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਵੰਡਰਫੁਲ। ਸੋ ਕੈਨੇਡਾ ਵੀ ਤੇ ਹਿੰਦੁਸਤਾਨ ਚੋਂ ਵੀ ਪੂਰਾ ਤੁਹਾਨੂੰ ਸਤਿਕਾਰ ਜਿਹੜਾ ਮਿਲਿਆ। ਹਾਂਜੀ। ਅਖੀਰ ਵਿੱਚ ਆਵਾਂਗੇ ਕਿ ਜੋ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਹੈ ਉਸ ਵਿੱਚੋਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਿ ਖਾਸ ਤੌਰ ਤੇ ਯੰਗਸਟਰਸ ਚਾਹੁੰਦੇ ਨੇ ਸਾਹਿਤਕਾਰ ਬਣਨਾ, ਇੱਕ ਚੰਗਾ ਸਮਾਜ ਦੇ ਵਿੱਚ ਆਪਣੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ, ਕੀ ਮੈਸੇਜ ਦਿਓਗੇ? ਹਾਂਜੀ, ਉਹਨਾਂ ਵਾਸਤੇ ਸਭ ਤੋਂ ਪਹਿਲਾ ਮੈਸੇਜ ਤਾਂ ਇਹ ਹੈ ਕਿ ਉਹ ਸਾਹਿਤ ਸਿਰਜਣਾ ਵੱਲ ਸੁਹਿਰਦ ਹੋਣ, ਠੀਕ, ਤੇ ਜ਼ਿਆਦਾ ਲਿਖਣ। ਜ਼ਿਆਦਾ ਲਿਖਣਾ ਬਹੁਤ ਜ਼ਰੂਰੀ ਹੈ। ਓਕੇ। ਕੋਈ ਜ਼ਰੂਰੀ ਨਹੀਂ ਕਿ ਸਾਰਾ ਹੀ ਬੜਾ ਉੱਚੀ ਪੱਧਰ ਦਾ ਹੋਊਗਾ, ਜੀ। ਪਰ ਉਹਦੇ ਨਾਲ ਪ੍ਰੈਕਟਿਸ ਹੁੰਦੀ ਹੈਗੀ ਹੈ। ਜਿਵੇਂ ਕੋਈ ਵੀ ਕਸਬ ਹੋਵੇ, ਜੀ। ਜਿੰਨਾ ਤੁਸੀਂ ਜ਼ਿਆਦਾ ਕਰਦੇ ਆ ਉਨਾ ਉਹਦੇ 'ਚ ਤਿੱਖਾਪਨ, ਕੁਆਲਿਟੀ ਆਉਂਦੀ ਹੈ। ਰਾਈਟ। ਇਸੇ ਤਰ੍ਹਾਂ ਹੀ ਲਿਖਣ ਵਿੱਚ ਜਿੰਨਾ ਤੁਸੀਂ ਜ਼ਿਆਦਾ ਲਿਖੋਗੇ ਜੀ। ਉਨਾ ਉਹਦੇ 'ਚ ਤੁਹਾਡੀ ਪ੍ਰੈਕਟਿਸ ਹੋਊਗੀ, ਪਰ ਉਹ ਸਾਰਾ ਜ਼ਰੂਰੀ ਨਹੀਂ ਕਿ ਤੁਸੀਂ ਪਬਲਿਸ਼ ਕਰੋ। ਰਾਈਟ। ਹਾਂਜੀ। ਸੋ ਮੇਰੀ ਜਿਹੜੇ ਸਾਡੀ ਯੰਗ ਜਨਰੇਸ਼ਨ ਆ, ਪਹਿਲੀ ਤਾਂ ਇਹ ਉਹਨਾਂ ਨੂੰ ਸੁਜੈਸਸ਼ਨ ਹੈ ਜਾਂ ਐਡਵਾਈਸ ਕਹਿ ਲਓ, ਰਾਈਟ, ਕਿ ਉਹ ਸਾਹਿਤ ਵੱਲ ਆਉਣ, ਵੱਧ ਤੋਂ ਵੱਧ, ਤੇ ਗੰਭੀਰਤਾ ਨਾਲ ਇਹਨੂੰ ਲੈਣ। ਠੀਕ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਟ ਵਾਸ ਅ ਪਲੇਜ਼ਰ ਟਾਕਿੰਗ ਟੂ ਯੂ ਐਂਡ ਬੈਸਟ ਵਿਸ਼ੇਸ ਫॉर ਫਿਊਚਰ ਆਲਸੋ। ਥੈਂਕ ਯੂ ਵੈਰੀ ਮਚ।